ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਰਾਗੌੜੀ ਪੂਰਬੀ ਛੰਤ ਮਹੱਲੇ ਤੀਜੇ ਦੇ ਪਹਿਲੇ ਸ਼ਬਦ ਦੀ ਵਾਰੀ ਹੈ ਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਪ੍ਰਸਾਦ, ਸਾਧਨ ਬਿਨੋ ਕਰੇ ਜੀਓ ਹਰ ਕੇ ਗੁਣ ਸਾਰੇ। ਖਿਨ ਪਲ ਰਹਿ ਨ ਸਕੇ ਜੀਓ ਬਿਨ ਹਰ ਪਿਆਰੇ, ਬਿਨ ਹਰ ਪਿਆਰੇ ਰਹਿ ਨ ਸਾਕੇ ਗੁਰ ਬਿਨ ਮੈਲ ਨ ਪਾਈਏ। ਜੋ ਗੁਰ ਕਹੇ ਸੋਈ ਪਰ ਕੀਜੇ ਤਿਸਨਾ ਅਗਨ ਬੁਝਾਈਏ। ਹਰ ਸਾਚਾ ਸੋਈ ਤਿਸ ਬਿਨ ਅਵਰ ਨ ਕੋਈ, ਬਿਨ ਸਿਵਿਏ ਸੁਖ ਨ ਪਾਏ। ਨਾਨਕ ਸਾਧਨ ਮਿਲੇ ਮਿਲਾਈ ਤਿਸਨੂੰ ਆਪ ਮਿਲਾਏ। ਧਨ ਰਹਿਣ ਸੁਹੇਲੜੀਏ ਜੀਓ ਹਰ ਸਿਉ ਚਿਤ ਲਾਏ। ਸਤਿਗੁਰ ਸੇਵੇ ਭਾਵ ਕਰੇ ਜੀਓ ਵਿੱਚੋਂ ਆਪ ਗਵਾਏ। ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅੰਦਿਨ ਲਾਗਾ ਪਾਓ। ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੇ ਸ਼ਬਦ ਸਮਾਓ। ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰੋ। ਨਾਨਕ ਕਾਮਣ ਨਾਮ ਪਿਆਰੀ ਰਾਮ ਨਾਮ ਗਲਹਾਰੋ। ਧਨ ਏਕਲੜੀ ਜੀਓ ਬਿਨ ਨਾਏ ਪਿਆਰੇ, ਦੂਜੇ ਭਾਈ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ। ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ, ਮਾਇਆ ਮੋਹ ਖੁਆਈ। ਕੂੜ ਵਿਗੁਤੀ ਤਾਂ ਪਰ ਮੁਤੀ ਸਾਧਨ ਮੈਲ ਨ ਪਾਈ। ਗੁਰ ਸ਼ਬਦੇ ਰਾਤੀ ਸਹਿਜੇ ਮਾਤੀ ਅੰਦਰ ਰਹੇ ਸਮਾਏ। ਨਾਨਕ ਕਾਮਣ ਸਦਾ ਰੰਗ ਰਾਤੀ ਹਰ ਜਿਉ ਆਪ ਮਿਲਾਏ। ਤਾਂ ਮਿਲੀਏ ਹਰ ਮੇਲੇ ਜੀਓ ਬਿਨ ਹਰ ਬਿਨ ਕਵਣ ਮਿਲਾਏ। ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਭਰਮ ਚੁਕਾਏ। ਗੁਰ ਭਰਮ ਚੁਕਾਏ ਇਉ ਮਿਲੀਏ ਮਾਏ ਤਾਂ ਸਾਧਨ ਸੁਖ ਪਾਏ। ਗੁਰ ਸੇਵਾ ਬਿਨ ਘੋਰ ਅੰਧਾਰ, ਬਿਨ ਗੁਰ ਮੰਗ ਨ ਪਾਏ। ਕਾਮਣ ਰੰਗ ਰਾਤੀ ਸਹਿਜੇ ਮਾਤੀ ਗੁਰ ਕੇ ਸ਼ਬਦ ਵਿਚਾਰੇ। ਨਾਨਕ ਕਾਮਣ ਹਰ ਵਰ ਪਾਇਆ ਗੁਰ ਕੇ ਪਾਏ ਪਿਆਰੇ। ਕਾਮਣ ਰੰਗ ਰਾਤੀ ਸਹਿਜੇ ਮਾਤੀ ਗੁਰ ਕੇ ਸ਼ਬਦ ਵਿਚਾਰੇ। ਨਾਨਕ ਕਾਮਣ ਹਰ ਵਰ ਪਾਇਆ ਗੁਰ ਕੇ ਪਾਏ ਪਿਆਰੇ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਕਿਸ ਤਰ੍ਹਾਂ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਮਾਇਆਵੀ ਵਿਕਾਰਾਂ ਨੂੰ ਕੰਟਰੋਲ 'ਚ ਕਰਕੇ ਖ਼ਤਮ 'ਚ ਕਰਕੇ ਮਨ ਨੂੰ ਟਿਕਾਅ 'ਚ ਲਿਆ ਕੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਿਰਦੇ 'ਚ ਵਸਾ ਕੇ ਅਤੇ ਫਿਰ ਵਾਹਿਗੁਰੂ ਅੱਗੇ ਅਰਦਾਸ, ਪਤੀ ਰੂਪ ਪਰਮੇਸ਼ਰ ਅੱਗੇ ਅਰਦਾਸ ਕਰਨੀ ਹੈ ਜੀ ਕਿ ਸਾਡੇ 'ਤੇ ਉਹ ਮਿਹਰ ਕਰਕੇ ਸਾਨੂੰ ਵਿਛੜਿਆਂ ਨੂੰ ਆਪਣੇ ਨਾਲ ਮਿਲਾ ਲਵੇ ਜੀ। ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣਾਂ ਨੂੰ ਯਾਦ ਕਰਦੀ ਹੋਈ ਜੀਵ ਰੂਪ ਇਸਤਰੀ ਬੇਨਤੀ ਕਰਦੀ ਹੈ ਜੀ ਕਿ ਉਹ ਪਿਆਰੇ ਪਰਮੇਸ਼ਰ ਹਰ ਤੋਂ ਬਿਨਾਂ ਇੱਕ ਛਿਣ ਪਲ ਲਈ ਵੀ ਨਹੀਂ ਰਹਿ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਤੋਂ ਬਿਨਾਂ ਪਰਮੇਸ਼ਰ ਦਾ ਮਹਿਲ ਭਾਵ ਕਰ ਗੁਰ ਗਿਆਨ ਵੀ ਪ੍ਰਾਪਤ ਨਹੀਂ ਹੋ ਸਕਦਾ ਜੀ। ਜੋ ਕੰਮ ਗੁਰੂ ਕਹੇ ਉਹੀ ਕਰਨਾ ਚਾਹੀਦਾ ਹੈ ਜੀ ਅਤੇ ਤ੍ਰਿਸ਼ਨਾ ਰੂਪੀ ਅਗਨੀ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਬੁਝਾ ਦੇਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਸੱਚਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਤੋਂ ਬਿਨਾਂ ਹੋਰ ਕੋਈ ਸਤਾ ਜਾਂ ਰਾਜ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਹਰ ਨੂੰ ਸੇਵੇ ਬਿਨਾਂ ਭਾਵ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਆਤਮਿਕ ਸੁੱਖ ਕਦੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹੀ ਜੀਵ ਰੂਪ ਇਸਤਰੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਿਲਾਇਆ ਹੀ
ਪਰਮੇਸ਼ਰ ਨੂੰ ਮਿਲਦੀ ਹੈ ਜੀ, ਜਿਸ ਨੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣ ਗਾਇਨ ਕੀਤੇ ਹਨ ਜੀ, ਗੁਣਾਂ ਨੂੰ ਧਾਰਿਆ ਹੈ ਜੀ। ਫਿਰ ਪਰਮੇਸ਼ਰ ਮਿਹਰ ਕਰੇ ਤਾਂ ਹੀ ਉਸਦਾ ਪਰਮੇਸ਼ਰ ਰੂਪ ਪਤੀ ਨਾਲ ਮਿਲਾਪ ਹੁੰਦਾ ਹੈ ਜੀ। ਕਿਉਂਕਿ ਗੁਣ ਧਾਰਨ ਕਰਨੇ ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜੀਵ ਰੂਪ ਇਸਤਰੀ ਲਈ ਜੀਵਨ ਰੂਪ ਰਾਤ ਤਾਂ ਹੀ ਸੁਖਦਾਈ ਹੋ ਸਕਦੀ ਹੈ ਜੀ, ਜਿਉ ਪਰਮੇਸ਼ਰ ਹਰ ਰੂਪ ਪਤੀ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣਾ ਹਿਰਦਾ ਆਪਣਾ ਚਿੱਤ ਜੋੜਦੀ ਹੈ ਜੀ। ਫਿਰ ਉਹ ਜੀਵ ਰੂਪ ਇਸਤਰੀ ਸਤਿਗੁਰ ਨੂੰ ਪ੍ਰੇਮ ਪੂਰਵਕ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੇਵਦੀ ਹੈ ਜੀ, ਅਤੇ ਆਪਣੇ ਮਨ ਵਿੱਚੋਂ ਆਪਾ ਭਾਵ ਆਪਣਾ ਹੰਕਾਰ ਦੂਰ ਕਰ ਦਿੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਉਹ ਆਪਣੇ ਅਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਨ ਵਿੱਚ ਨੂੰ ਟਿਕਾਅ 'ਚ ਲਿਆਂਦੀ ਹੈ ਅਤੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਿਰਦੇ 'ਚ ਵਸਾਉਂਦੀ ਹੈ, ਤਾਂ ਇਸ ਤਰ੍ਹਾਂ ਉਹ ਆਪਣੇ ਮਨ ਵਿੱਚੋਂ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਦਿੰਦੀ ਹੈ ਜੀ, ਅਤੇ ਪਰਮੇਸ਼ਰ ਰੂਪ ਹਰ ਦੇ ਗੁਣਾਂ ਦਾ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁਣ ਗਾਇਨ ਕਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤਾਂ ਉਸ ਦਾ ਇਹ ਗੁਰਸ਼ਬਦ ਗੁਰਬਾਣੀ ਨਾਮ ਦਾ ਪਿਆਰ ਹਰ ਰੋਜ਼ ਬੜਾ ਪਿਆਰਾ ਅਤੇ ਵੱਧਦਾ ਰਹਿੰਦਾ ਹੈ ਜੀ। ਭਾਵ ਫਿਰ ਉਸ ਦਾ ਜੀਵ ਰੂਪ ਇਸਤਰੀ ਦਾ ਗੁਰਸ਼ਬਦ ਗੁਰਬਾਣੀ ਨਾਲ ਪ੍ਰੇਮ ਹੋ ਜਾਂਦਾ ਹੈ ਜੀ, ਅਤੇ ਹਰ ਰੋਜ਼ ਉਹ ਪੜ੍ਹਦਾ ਹੈ ਜੀ ਸ਼ੌਂਕ ਨਾਲ, ਅਤੇ ਨਿੱਤ ਵੱਧਦਾ ਹੀ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਸਖੀ ਸਹੇਲਿਓ, ਹੇ ਦਿਲੋਂ ਮਿਲੀ ਹੋਈ ਸਹੇਲਿਓ ਸੁਣੋ, ਗੁਰੂ ਦੇ ਗੁਰਸ਼ਬਦ ਗੁਰਬਾਣੀ ਨਾਮ ਰਾਹੀਂ ਪਰਮੇਸ਼ਰ ਰੂਪ ਪਤੀ ਵਿੱਚ ਸਮਾ ਜਾਈਏ ਜੀ। ਫਿਰ ਗੁਰੂ ਜੀ ਕਹਿੰਦੇ ਜੋ ਜੀਵ ਰੂਪ ਇਸਤਰੀ ਪਰਮੇਸ਼ਰ ਰੂਪ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਣਾਂ ਨੂੰ ਯਾਦ ਕਰਦੀ ਹੈ ਜੀ, ਫਿਰ ਗੁਰੂ ਜੀ ਕਹਿੰਦੇ ਆ ਤਾਂ ਉਹ ਪਤੀ ਰੂਪ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਪਿਆਰ ਪਾਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਜੀ, ਜੋ ਗੁਰਸ਼ਬਦ ਗੁਰਬਾਣੀ ਨਾਮ ਦਾ ਆਪਣੇ ਗਲ ਵਿੱਚ ਹਾਰ ਪਾਉਂਦੀ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਨਾਲ ਆਪਣਾ ਰਿਸ਼ਤਾ ਜੋੜਦੀ ਹੈ ਜੀ, ਪਿਆਰ ਪਾਉਂਦੀ ਹੈ ਜੀ, ਉਸਨੂੰ ਅਪਣਾਉਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਤੀ ਰੂਪ ਪਰਮੇਸ਼ਰ ਤੋਂ ਬਿਨਾਂ ਜੀਵ ਰੂਪ ਇਸਤਰੀ ਇਕੱਲੀ ਹੈ ਜੀ। ਗੁਰੂ ਗਿਆਨ ਦੇ ਸ਼ਕਤੀਸ਼ਾਲੀ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਉਹ ਦਵੈਤ ਭਾਵ ਵਿੱਚ ਭਾਵ ਮਾਇਆਵੀ ਵਿਕਾਰਾਂ ਵਿੱਚ ਠੱਗੀ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਿਆਰੇ ਗੁਰੂ ਗਿਆਨ ਦੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਕੌਣ ਇਸ ਭਾਵ ਸਾਗਰ ਤੋਂ ਤਾਰੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਉਹ ਮਾਇਆ ਦੇ ਮੋਹ ਵਿੱਚ ਭੁੱਲੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕੂੜ ਵਿੱਚ ਲੱਗ ਕੇ ਖਰਾਬ ਹੋਣ ਕਾਰਨ ਉਸਨੂੰ ਪਤੀ ਰੂਪ ਪਰਮੇਸ਼ਰ ਨੇ ਤਿਆਗਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਉਹ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਦਾ ਮਹਿਲ ਭਾਵ ਘਰ ਪ੍ਰਾਪਤ ਨਹੀਂ ਕਰ ਸਕਦੀ ਜੀ। ਭਾਵ ਉਹ ਆਪਣੇ ਅੰਦਰ ਗੁਰਸ਼ਬਦ ਗੁਰਬਾਣੀ ਨਾਮ ਨਹੀਂ ਵਸਾ ਸਕਦੀ ਜੀ। ਕਿਉਂਕਿ ਉਹ ਤਾਂ ਦਵੈਤ ਭਾਵ ਮਾਇਆਵੀ ਵਿਕਾਰਾਂ 'ਚ ਫਸੀ ਹੋਈ ਹੈ ਜੀ। ਮਾਇਆਵੀ ਵਿਕਾਰ 'ਚ ਫਸੀ ਹੋਣ ਦੇ ਕਾਰਨ ਗੁਰਸ਼ਬਦ ਗੁਰਬਾਣੀ ਨਾਮ ਕਿਸ ਤਰ੍ਹਾਂ ਟਿਕ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜੋ ਜੀਵ ਰੂਪ ਇਸਤਰੀ ਗੁਰਗਿਆਨ
ਗੁਰਬਾਣੀ, ਗੁਰਸ਼ਬਦ ਗੁਰਬਾਣੀ ਨਾਮ ਵਿੱਚ ਰੰਗੀ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਸਹਿਜ ਅਵਸਥਾ ਵਿੱਚ ਮਸਤ ਰਹਿੰਦੀ ਹੈ ਜੀ, ਅਤੇ ਹਰ ਰੋਜ਼ ਗੁਰਸ਼ਬਦ ਨਾਮ ਵਿੱਚ ਸਮਾਈ ਰਹਿੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਜੀਵ ਰੂਪ ਇਸਤਰੀ ਫਿਰ ਸਦਾ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਰੰਗਾਂ ਵਿੱਚ ਰੰਗੀ ਰਹਿੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਪਤੀ ਰੂਪ ਪਰਮੇਸ਼ਰ ਜੀ ਆਪ ਹੀ ਉਸਨੂੰ ਆਪਣੇ ਨਾਲ ਮੇਲ ਲੈਂਦੇ ਹਨ ਜੀ। ਭਾਵ ਪਰਮੇਸ਼ਰ ਫਿਰ ਉਹਨਾਂ 'ਤੇ ਆਪਣੀ ਕਿਰਪਾ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਤਦ ਹੀ ਪਰਮੇਸ਼ਰ ਰੂਪ ਪਤੀ ਨਾਲ ਮੇਲ ਹੋ ਸਕਦਾ ਹੈ ਜੀ, ਜੇ ਆਪ ਪਰਮੇਸ਼ਰ ਹਰ ਮਿਲਾਏ ਜੀ। ਕਿਉਂਕਿ ਪਰਮੇਸ਼ਰ ਹਰ ਤੋਂ ਬਿਨਾਂ ਹੋਰ ਕੌਣ ਮਿਲਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਬਿਨਾਂ ਆਪਣੇ ਗੁਰੂ ਰੂਪ ਪ੍ਰੀਤਮ ਅਤੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਹੋਰ ਕੌਣ ਭਰਮਾਂ ਨੂੰ ਦੂਰ ਕਰੇ ਜੀ। ਫਿਰ ਗੁਰੂ ਜੀ ਕਹਿੰਦੇ ਜੇ ਗੁਰਸ਼ਬਦ ਗੁਰਬਾਣੀ ਨਾਮ ਭਰਮ ਦੁਆਰਾ ਭਰਮ ਦੂਰ ਹੋ ਜਾਣ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮਾਤਾ ਇਸ ਤਰ੍ਹਾਂ ਮਿਲਿਆ ਜਾ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੀਵ ਰੂਪ ਇਸਤਰੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁਰੂ ਨਾਲ ਪ੍ਰੇਮ ਪਾ ਸਕਦੀ ਹੈ ਜੀ, ਆਪਣੇ ਮਾਇਆਵੀ ਵਿਕਾਰ ਖਤਮ ਕਰ ਸਕਦੀ ਹੈ ਜੀ। ਇਸ ਤਰ੍ਹਾਂ ਉਹ ਜੀਵ ਰੂਪ ਇਸਤਰੀ ਸੁਖ ਪ੍ਰਾਪਤ ਕਰ ਸਕਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਤੋਂ ਬਿਨਾਂ ਅਗਿਆਨਤਾ ਦਾ ਗੁਪ ਅੰਧੇਰਾ ਚਾਰੇ ਪਾਸੇ ਪਸਰਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਗਿਆਨ ਤੋਂ ਬਿਨਾਂ, ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾਂ ਕੋਈ ਵੀ ਹੋਰ ਮਨੁੱਖ ਨੂੰ ਜੀਵਨ ਦੇ ਸਹੀ ਰਸਤੇ ਉੱਤੇ ਨਹੀਂ ਪਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਜੀ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਰੰਗੀ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਸ਼ਬਦ ਗੁਰਬਾਣੀ ਨਾਮ ਦਾ ਵਿਚਾਰ ਕਰਕੇ ਸਹਿਜ ਅਵਸਥਾ ਵਿੱਚ ਮਸਤ ਰਹਿੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜੀਵ ਰੂਪ ਇਸਤਰੀ ਪਿਆਰੇ ਗੁਰਸ਼ਬਦ ਗੁਰਬਾਣੀ ਨਾਮ ਦੇ ਪ੍ਰੇਮ ਵਿੱਚ ਲੀਨ ਹੋ ਕੇ ਪਰਮੇਸ਼ਰ ਹਰ ਰੂਪ ਵਰ ਨੂੰ ਪਤੀ ਨੂੰ ਇਸ ਤਰ੍ਹਾਂ ਪ੍ਰਾਪਤ ਕਰ ਲੈਂਦੀ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਭ ਤੋਂ ਪਹਿਲਾਂ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਜੀ ਕਿ ਕੀ ਸੱਚ ਹੈ ਤੇ ਕੀ ਝੂਠ ਹੈ। ਜਦੋਂ ਇਸ ਚੀਜ਼ ਦੀ ਤੁਹਾਨੂੰ ਸੋਝੀ ਹੋ ਜਾਂਦੀ ਹੈ ਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਮਾਇਆਵੀ ਵਿਕਾਰਾਂ ਵਿੱਚ ਨੂੰ ਕਾਬੂ ਵਿੱਚ ਕੰਟਰੋਲ ਵਿੱਚ ਲਿਆਉਣਾ ਹੈ ਜੀ ਤੇ ਖ਼ਤਮ ਕਰ ਦੇਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਰੂਪ ਹਰੀ ਪਿਆਰੇ ਅੱਗੇ ਬੇਨਤੀ ਤੇ ਅਰਦਾਸ ਇਸਤਰੀ ਰੂਪ ਜੀਵ ਦਾ ਪਹਿਲਾ ਪਾਠ ਹੈ ਜੀ। ਜਿਨ੍ਹਾਂ ਜੀਵ ਰੂਪ ਇਸਤਰੀਆਂ ਨੂੰ ਇਹ ਸਬਕ ਯਾਦ ਨਹੀਂ ਹੈ ਜੀ, ਗੁਰੂ ਜੀ ਕਹਿੰਦੇ ਆ ਉਹ ਜੀਵ ਰੂਪ ਇਸਤਰੀ ਸੁਹੇਲੀ ਨਹੀਂ ਹੋ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸਤਿਗੁਰ ਦੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸੇਵਾ ਕਰਨੀ ਆਪਣੀ ਚਾਹੀਦੀ ਹੈ ਜੀ, ਤੇ ਆਪਣੇ ਅੰਦਰੋਂ ਹਉਮੈ ਮਾਇਆਵੀ ਵਿਕਾਰ ਖਤਮ ਕਰਨੇ ਚਾਹੀਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਫਿਰ ਹਰ ਦਿਨ ਹਰ ਵੇਲੇ ਪਰਮੇਸ਼ਰ ਰੂਪ ਪਤੀ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁਣ ਗਾਣੇ ਚਾਹੀਦੇ ਹਨ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਕਿ ਇੱਕ ਅਜਿਹੀ ਕਿਰਿਆ ਹੀ ਹੈ ਜੀ
ਜਿਸ ਨਾਲ ਜੀਵ ਰੂਪ ਇਸਤਰੀ ਪਤੀ ਰੂਪ ਪਰਮੇਸ਼ਰ ਨੂੰ ਪਿਆਰੇ 'ਚ ਲੱਗਣ ਲੱਗ ਪੈਂਦੀ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਪਹਿਲਾਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਵਿਕਾਰਾਂ ਨੂੰ ਕਾਬੂ 'ਚ ਕਰਨਾ ਹੈ, ਫਿਰ ਮਨ 'ਚ ਨੂੰ ਟਿਕਾਅ 'ਚ ਲਿਆਉਣਾ ਹੈ, ਫਿਰ ਆਪਣੇ ਚਿੱਤ ਹਿਰਦੇ ਵਿੱਚ ਵਸਾਉਣਾ ਹੈ ਜੀ। ਫਿਰ ਵਾਹਿਗੁਰੂ ਅੱਗੇ ਅਰਦਾਸ ਤੇ ਬੇਨਤੀ ਕਰਨੀ ਹੈ ਜੀ ਕਿ ਹੇ ਪਰਮੇਸ਼ਰ ਸਾਨੂੰ ਵਿਛੜਿਆਂ ਨੂੰ ਆਪਣੇ ਨਾਲ ਜੋੜ ਲਵੇ ਜੀ। ਸੋ ਸਿਧਾਂਤ ਇਹ ਹੈ ਜੀ ਕਿ ਜੀਵ ਰੂਪ ਇਸਤਰੀ ਆਪਣੇ ਔਗੁਣਾਂ ਭਾਵ ਮਾਇਆਵੀ ਵਿਕਾਰਾਂ ਵਿੱਚ ਫਸਣ ਕਰਕੇ ਪਤੀ ਰੂਪ ਪਰਮੇਸ਼ਰ ਤੋਂ ਵਿਛੜਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਗੁਰਸ਼ਬਦ ਗੁਰਬਾਣੀ ਨਾਮ ਜੋ ਸਾਡੇ ਗੁਰੂਆਂ ਦਾ ਦੱਸਿਆ ਉਪਦੇਸ਼ ਹੈ ਜੀ ਕਮਾਉਣ ਲੱਗ ਜਾਵੇ ਤਾਂ ਸਹਿਜੇ ਹੀ ਪਤੀ ਰੂਪ ਪਰਮੇਸ਼ਰ ਦੇ ਮਿਲਾਪ ਦੇ ਗੁਣ ਪ੍ਰਾਪਤ ਹੋ ਸਕਦੇ ਹਨ ਜੀ। ਇਹ ਗੱਲ ਯਾਦ ਰਵੇ ਜੀ ਕਿ ਇਹ ਮੇਲ ਫਿਰ ਇਹ ਸਭ ਕੁਛ ਹੋਣ ਦੇ ਬਾਵਜੂਦ ਪਰਮੇਸ਼ਰ ਦੀ ਮਿਹਰ ਤੇ ਨਜ਼ਰ ਚਾਹੀਦੀ ਹੈ ਜੀ। ਫਿਰ ਇਹ ਮੇਲ ਪਤੀ ਰੂਪ ਪਰਮੇਸ਼ਰ ਦੀ ਨਜ਼ਰ ਨਾਲ ਹੀ ਪ੍ਰਾਪਤ ਹੁੰਦਾ ਹੈ ਜੀ। ਇਸ ਲਈ ਪਰਮੇਸ਼ਰ ਅੱਗੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਰ ਵੇਲੇ ਜਪਣਾ ਚਾਹੀਦਾ ਹੈ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਪਿਆਰ ਪਾਉਣਾ ਚਾਹੀਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।